अस्सलाम वालेकुम दोस्तों, ਤੁਹਾਡੇ ਮੇਜ਼ਬਾਨ ਹਾਫਿਜ਼ ਵਿਕਾਸ ਤੁਹਾਡੀ ਖidmat 'ਚ ਹਾਜ਼ਰ ਹੈ। ਅੱਜ ਅਸੀਂ ਗੱਲ ਕਰਾਂਗੇ ਜ਼ਿੰਕ ਦੇ ਹਵਾਲੇ ਨਾਲ। ਜ਼ਿੰਕ ਜਿਹੜੀ ਹੈ ਕਿ ਸਾਡੇ ਸਿਟਰਸ ਦੇ ਬਾਗਾਤ ਨੂੰ ਇਹਦੀ ਕੀ ਜ਼ਰੂਰਤ ਹੈ ਜੀ, ਕੀ ਅਗਰ ਕਮੀ ਹੋ ਜਾਵੇ ਤਾਂ ਨਿਸ਼ਾਨੀਆਂ ਨੇ, ਇਹਦੇ ਕੀ ਫਾਇਦੇ ਨੇ, ਕਿੰਨੀ ਡੋਜ਼ ਪਾਣੀ ਚਾਹੀਦੀ, ਅੱਜ ਸਾਰੀ ਅਸੀਂ ਇਸ 'ਤੇ ਗੱਲ ਕਰਾਂਗੇ। ਅਕਸਰ ਤੁਸੀਂ ਸੁਣਦੇ ਹੋ ਸਭ ਜ਼ਿੰਕ ਪਾਣੀ ਚਾਹੀਦੀ ਆ, ਉਹ ਭਾਈਜਾਨ ਪਾਣੀ ਚਾਹੀਦੀ ਆ। ਅੱਜ ਤੁਹਾਨੂੰ ਦੱਸਾਂਗੇ ਕਿਉਂ ਪਾਣੀ ਚਾਹੀਦੀ ਹੈ। ਪਹਿਲੇ ਅਸੀਂ ਗੱਲ ਕਰ ਲੈਂਦੇ ਹਾਂ ਜੀ, ਜਿਹੜੀ ਇਹਦੀ ਅਲਾਮਾਤ ਏ ਉਹ ਕਿਹੜੀਆਂ ਨੇ ਬਾਗਾਤ ਵਿੱਚ, ਤਾਂ ਕਿ ਹਰ ਦੋਸਤ ਨੂੰ ਉਹ ਅੱਛੀ ਤਰ੍ਹਾਂ ਪਤਾ ਚੱਲ ਜਾਵੇ, ਤਾਂ ਕਿ ਜਿਸ ਤਰ੍ਹਾਂ ਹੀ ਆਪਣੇ ਬਾਗ ਨੂੰ ਵਿਜ਼ਿਟ ਕਰੇ ਤਾਂ ਉਹਨੂੰ ਆਈਡੀਆ ਹੋ ਜਾਵੇ ਕਿ ਵਾਕਈ ਇੱਥੇ ਜ਼ਿੰਕ ਦੀ ਕਮੀ ਹੈ ਜਾਂ ਕੋਈ ਹੋਰ ਮਸਲਾ ਹੈ। ਅਗਰ ਤੁਸੀਂ ਵਿਜ਼ਿਟ ਕਰਨ ਜਾਓਗੇ ਪੌਦੇ ਨੂੰ, ਉਹਦੇ 'ਤੇ ਨਿਸ਼ਾਨੀਆਂ ਨੇ ਕੁਝ। ਪਹਿਲੀ ਨਿਸ਼ਾਨੀ ਤੁਹਾਨੂੰ ਦੱਸ ਦੇਵਾਂ, ਉਹਦੇ ਪੱਤੇ ਛੋਟੇ ਹੋਣਗੇ, ਉਸ ਤੋਂ ਬਾਅਦ ਉਹ ਪੀਲੇ ਕਲਰ ਦੇ ਹੋਣਗੇ। ਪੱਤਾ ਤੁਸੀਂ ਫੜ ਕੇ ਵੇਖੋਗੇ, ਉਹ ਜੇ ਵੇਨਸ ਦੇ ਦਰਮਿਆਨ ਪੀਲੇ ਰੰਗ ਦੇ ਧੱਬੇ ਹੋਣਗੇ ਜਾਂ ਪੀਲੇ ਨਿਸ਼ਾਨ ਹੋਣਗੇ, ਠੀਕ ਹੈ ਨਾ ਜੀ। ਤੀਸਰੇ ਨੰਬਰ ਤੇ ਉਹ ਜਿਹੜੀ ਗਰੋਥ ਆ ਪੌਦੇ ਦੀ ਬੜੀ ਰੁਕੀ ਹੋਈ ਹੋਏਗੀ, ਤਾਂ ਨਜ਼ਰ ਆਏਗਾ ਵੀ ਯਾਰ ਪੌਦਾ ਗਰੋਥ ਨਹੀਂ ਕਰ ਰਿਹਾ, ਠੀਕ ਹੈ ਨਾ ਜੀ। ਚੌਥੇ ਨੰਬਰ ਤੇ ਇਹ ਹੈ ਕਿ ਜਿਹੜਾ ਉਹਦਾ ਸਾਈਜ਼ ਹੋਏਗਾ ਫਲ ਦਾ, ਉਹ ਵੀ ਕੋਈ ਕੁਆਲਿਟੀ ਵਾਲਾ ਨਹੀਂ ਹੋਏਗਾ, ਉਹ ਬਿਲਕੁਲ ਡੈਮੇਜ ਤਰ੍ਹਾਂ ਤੁਹਾਨੂੰ ਨਜ਼ਰ ਆਏਗਾ। ਤੇ ਚੌਥੇ ਨੰਬਰ ਤੇ ਉਹ ਪੱਤੇ ਜਿਹੜੇ ਮੁੜੇ ਹੋਣਗੇ। ਤੇ ਪੰਜਵੇਂ ਨੰਬਰ ਤੇ ਜਿਹੜੀ ਜੀ ਨਿਸ਼ਾਨੀ ਇਹ ਹੈ ਕਿ ਅਗਰ ਸ਼ਿੱਦਤ ਪਕੜ ਜਾਵੇ, ਮਕਸਦ ਤੁਹਾਡਾ ਪੌਦਾ ਬਿਲਕੁਲ ਹੀ ਜ਼ਿੰਕ ਕਦੇ ਤੁਸੀਂ ਜੋ ਨੇੜੋਂ ਵੀ ਨਹੀਂ ਲਗਾਈ, ਤਾਂ ਫਿਰ ਉਹ ਪੱਤੇ ਗਿਰਾ ਦੇਗਾ। ਜਿਸ ਤਰ੍ਹਾਂ ਕਿ ਮੈਂ ਇੱਕ ਪੌਦੇ ਦੇ ਨਾਲ ਚੱਲਦਾ, ਤੁਹਾਨੂੰ ਦਿਖਾ ਦਿੰਦਾ। ਤੁਹਾਨੂੰ ਪੌਦਾ ਸ਼ਾਇਦ ਨਜ਼ਰ ਆ ਰਿਹਾ ਹੋਵੇ, ਇਹ ਪੱਤੇ ਹੋਏ ਜੇ ਹੁਣ ਗਿਰੇ ਹੋਏ ਨੇ, ਤੇ ਇਹ ਤੁਹਾਡੀ ਅਲਾਮਾਤ ਜੀ ਸ਼ਾਇਦ ਨਜ਼ਰ ਆ ਰਹੇ ਹੋਣਗੇ। ਪੱਤੇ ਪੀਲੇ ਵੀ ਹਨ, ਗਿਰੇ ਹੋਏ ਵੀ ਹੈ ਇਹ ਜੀ। ਹੁਣ ਅਸੀਂ ਇਹ ਜੀ ਗੱਲ ਕਰ ਲੈਂਦੇ ਜੇ ਬੈਨੀਫਿਟ ਕਿਹੜੇ ਨੇ ਜ਼ਿੰਕ ਪਾਉਣ ਦੇ। ਉਹ ਸਭ ਤੋਂ ਪਹਿਲਾ ਬੈਨੀਫਿਟ ਇਹ, ਜਿਹੜੇ ਤੁਸੀਂ ਜ਼ਿੰਕ ਪਾਓਗੇ ਫੋਟੋਸਿੰਥੇਸਿਸ ਦਾ ਪ੍ਰੋਸੈਸ ਚੱਕ ਦੇਗਾ ਫੜ ਕੇ ਇੱਕ ਦਫਾ ਨਾ। ਜ਼ਿੰਕ ਜਿਹੜਾ ਉਹ ਜੇ ਕਲੋਰੋਫਿਲ ਬਣਨ ਦਾ ਜਿਹੜਾ ਅਮਲ ਉਹ ਤੇਜ਼ ਕਰ ਦੇਗਾ, ਪੌਦੇ ਤੁਹਾਡਾ ਪੱਤੇ ਲਸ਼ ਗਰੀਨ ਕਰ ਦੇਗਾ। ਇੱਕ ਵਾਰੀ ਜਿਹੜਾ ਤੁਹਾਡਾ ਨਾ ਪਤਾ ਲੱਗੇਗਾ ਕੋਈ ਸਬਜ਼ਾ ਤੁਹਾਡੇ ਖੇਤ 'ਚ ਹੋ ਚੁੱਕਿਆ ਹੈ ਪਹਿਲਾ। ਦੂਸਰੇ ਨੰਬਰ ਤੇ ਇਹਦਾ ਇਹ ਫਾਇਦਾ ਹੈ ਵੀ ਜਿਹੜਾ ਤੁਹਾਡਾ ਫਲ ਬਣੇਗਾ, ਉਹ ਫਲ ਦੀ ਜਿਹੜੀ ਕੁਆਲਿਟੀ ਹੈ ਉਹ ਕਮਾਲ ਤੇ ਬਿਲਕੁਲ ਇਹਦਾ ਸਾਈਜ਼ ਜਿਹੜਾ ਸ਼ਾਨਦਾਰ ਬਣੇਗਾ। ਤੀਸਰਾ ਫਾਇਦਾ ਇਹਦਾ ਇਹ ਹੈ ਕਿ ਬਿਮਾਰੀਆਂ ਦੇ ਖਿਲਾਫ ਕੂਵਤ ਮੁਦਾਫਤ ਆ ਜਾਏਗੀ ਪੌਦੇ ਦੇ ਅੰਦਰ, ਤੇ ਉਹ ਬਿਮਾਰੀਆਂ ਦੇ ਜਦੋਂ ਆਏਗੀ ਉਹ 'ਤੇ ਅਟੈਕ ਕਰੇਗੀ ਕਿ ਡਿਫੈਂਸਿਵ ਸਿਸਟਮ ਉਹਦੇ ਅੰਦਰ ਪੈਦਾ ਹੋ ਜਾਏਗਾ, ਜਿਹੜਾ ਕਿ ਪੌਦੇ ਨੂੰ ਬਚਾ ਕੇ ਰੱਖੇਗਾ ਬਿਮਾਰੀਆਂ ਤੋਂ ਕੁਛ ਹੱਦ ਤੱਕ। ਤੇ ਚੌਥੇ ਨੰਬਰ ਤੇ ਜਿਹੜਾ ਫਾਇਦਾ ਇਹ ਹੈ ਕਿ ਕੱਲਾ ਇਹ ਪੱਤੇ ਨਹੀਂ ਕਢਾਉਂਦਾ, ਇਹ ਭਾਈਜਾਨ ਇਹ ਜੜ ਨੂੰ ਵੀ ਬੜੀ ਗਰੋਥ ਦਿੰਦਾ ਹੈ। ਜੜ ਵੀ ਪੂਰੀ ਆਪਣੀ ਗਰੋਥ ਫੜ ਲੈਂਦੀ ਹੈ। ਪੌਦਾ ਬਿਲਕੁਲ ਐਨਰਜਾਈਜ਼ਡ ਹੋ ਕੇ, ਬਿਲਕੁਲ ਤਵਾਨਾ ਹੋ ਕੇ, ਜਿਹੜੀ ਵੀ ਹੈ ਉਹਦੇ ਪੱਤੇ ਨੇ, ਉਹਦੇ ਜਿਹੜੇ ਫਲ ਏ, ਉਹਦੇ ਜਿਹੜੇ ਸ਼ਾਖਾ ਨੇ, ਉਹ ਤਵਾਨਾ ਹੋ ਕੇ ਉਹਦੇ ਵਿੱਚ ਜਿਹੜੇ ਹਾਰਮੋਨਸ ਏ ਉਹ ਗਰੋਥ ਵਾਲੇ ਉਹਨੂੰ ਰੈਗੂਲੇਟ ਕਰ ਦਿੰਦੀ ਹੈ। ਕਹਿਣ ਦਾ ਮਕਸਦ ਇਹ ਹੈ, ਅਗਰ ਜ਼ਿੰਕ ਪਾਓਗੇ ਤੇ ਬਿਲਕੁਲ ਇਵੇਂ ਸੋਨੇ ਤੇ ਸੁਹਾਗਾ ਤੁਹਾਡਾ ਜਿਹੜਾ ਹੈ ਬਾਗ ਹੋ ਜਾਏਗਾ, ਦੇਖਣ ਦੇ ਕਾਬਲ ਹੋ ਜਾਏਗਾ, ਕੋਈ ਮੂੰਹ ਮੱਥੇ ਲੱਗਣ ਦੇ ਕਾਬਲ ਹੋ ਜਾਏਗਾ। ਜ਼ਿੰਕ ਬਹੁਤ ਜ਼ਰੂਰੀ ਹੈ। ਹੁਣ ਤੁਹਾਨੂੰ ਦੱਸਦੀ ਹਾਂ ਕਿਹੜੀ ਖਾਦ ਦੇ ਨਾਲ ਪੈ ਸਕਦੀ ਜ਼ਿੰਕ, ਤੇ ਕਿਹੜਾ ਟਾਈਮ ਹੈ ਉਹਨੂੰ ਪਾਉਣ ਦਾ। ਜ਼ਿੰਕ ਨੂੰ ਤੁਸੀਂ ਦੋ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਆ। ਤੁਸੀਂ ਇਹਨੂੰ ਫੋਲੀਅਰ ਦੀ ਸਪਰੇਅ ਵੀ ਕਰ ਸਕਦੇ ਹੋ, ਇਹਨੂੰ ਤੁਸੀਂ ਥੱਲੇ ਇਹ ਰਿੰਗ ਦੇ ਤੁਸੀਂ ਥੱਲੇ ਵੀ ਕਨੋਪੀ ਦੇ ਥੱਲੇ ਵੀ ਖਾਦ ਦੇ ਨਾਲ ਮਿਲਾ ਕੇ ਪਾ ਸਕਦੇ ਹੋ। ਅਗਰ ਸਪਰੇਅ ਕਰਨਾ ਤਾਂ ਆਈਡੀਅਲ ਟਾਈਮ ਹੈ ਫਰਵਰੀ ਮਾਰਚ ਦਾ, ਜਦੋਂ ਨਵੀਂ ਗਰੋਥ ਹੋਣੀ ਹੋਵੇ ਤੁਸੀਂ ਸਪਰੇਅ ਕਰਨੀ ਹੈ ਜ਼ਿੰਕ ਦੀ ਜਿਹੜੇ ਸਪਰੇਅ ਕਰੋਗੇ ਤੁਹਾਨੂੰ ਮਾਰਕੀਟ 'ਚ ਮਿਲ ਜਾਏਗੀ ਮੁਖਤਲਿਫ ਨਾਮ ਤੋਂ। ਜ਼ਿੰਕ ਉਹਦੇ ਵਿੱਚ ਹੋਣਾ ਚਾਹੀਦਾ, ਤੁਸੀਂ ਉਹਦੀ ਸਪਰੇਅ ਕਰ ਦੇਣੀ ਹੈ। ਇਨਸ਼ਾਅੱਲਾ ਤੁਹਾਡੀ ਜਿਹੜੀ ਪੱਤਿਆਂ ਦੀ ਗਰੋਥ ਹੈ, ਤੁਹਾਡਾ ਜਿਹੜਾ ਪੌਦਾ ਹੈ ਖੁਸ਼ਹਾਲ ਹੋ ਜਾਏਗਾ। ਉਹ ਫੌਰੀ ਲੱਗ ਜਾਂਦੀ ਹੈ ਜਿਹੜੀ ਉੱਤੋਂ ਪੱਤਿਆਂ ਦੀ ਹੁੰਦੀ ਹੈ, ਜਿਹੜੀ ਤੁਸੀਂ ਥੱਲੋਂ ਪਾਉਂਦੇ ਹੋ ਉਹ ਦੇਰ ਭਾਉ ਜਾ ਅਸਰ ਹੁੰਦਾ, ਉਹ ਲੱਗਦੀ ਰਹਿੰਦੀ ਹੈ, ਪਰ ਲੱਗਦੀ ਸਲੋ ਲੱਗਦੀ ਰਹਿੰਦੀ ਤੁਹਾਡੇ। ਜਿਹੜਾ ਜਲਦੀ ਤੁਸੀਂ ਅਗਰ ਟੀਕਾ ਲਾਣਾ ਤਾਂ ਫਿਰ ਉੱਤੋਂ ਸਪਰੇਅ 'ਚ ਕਰਾਓ। ਅਗਰ ਤੁਸੀਂ ਚਾਹੁੰਦੇ ਹੋ ਵੀ ਸਲੋ ਵੀ ਲੱਗਦੀ ਰਹੇ ਤਾਂ ਫਿਰ ਉਹਨੂੰ ਥੱਲੋਂ ਤੁਸੀਂ ਇਸਤੇਮਾਲ ਕਰੋ। ਥੱਲੇ ਤੁਸੀਂ ਕਿੰਨੀ ਡੋਜ਼ ਪਾਣੀ ਹੈ, ਕਮ ਤੋਂ ਕਮ ਤੁਸੀਂ ਜਿਹੜਾ ਜਵਾਨ ਪੌਦਾ ਹੈ, ਜਿਵੇਂ ਮੇਰੇ ਪਿੱਛੇ ਇੱਕ ਪੌਦਾ ਤੁਹਾਨੂੰ ਨਜ਼ਰ ਆ ਰਿਹਾ ਜਵਾਨ ਪੌਦਾ, ਤਾਂ ਤੁਹਾਨੂੰ ਇਹ ਜੇ 100 ਤੋਂ 200 ਗ੍ਰਾਮ ਫੀ ਪੌਦਾ ਤੁਸੀਂ ਪਾਓਗੇ ਯੂਰੀਆ ਖਾਦ ਦੇ ਨਾਲ ਮਿਲਾ ਕੇ, ਨਾਈਟ੍ਰੋਜਨ ਨਾਲ ਮਿਲਾ ਕੇ। ਇਨਸ਼ਾਅੱਲਾ ਤੁਹਾਡਾ ਪੌਦਾ ਤੁਹਾਨੂੰ ਦੱਸੇਗਾ ਕੋਈ ਸਾਡੇ ਨਾਲ ਕੋਈ ਨੇਕੀ ਹੋਈ ਹੈ। ਇੱਕ ਆਖਰੀ ਗੱਲ, ਜਦੋਂ ਤੁਸੀਂ ਉੱਤੋਂ ਸਪਰੇਅ ਕਰਦੇ ਹੋ ਉਹ ਕੱਲਾ ਤੁਹਾਡੀ ਸ਼ਾਖਾਂ ਕਢਾਉਣ ਦੇ ਵਿੱਚ ਉਹ ਅਮਲ ਦਖਲ ਨਹੀਂ ਹੋ ਜਾ ਹੁੰਦਾ, ਉਹ ਬੇਸਿਕਲੀ ਤੁਹਾਡਾ ਜਿਹੜਾ ਸਾਈਜ਼ ਫਲ ਦਾ ਜਿਹੜਾ ਫਲ ਲੱਗਣਾ ਉਹਦੇ ਵਿੱਚ ਵੀ ਪੂਰਾ ਜਿਹਾ ਅਮਲ ਦਖਲ ਹੁੰਦਾ ਹੈ। ਜਿੰਨੀ ਤੁਸੀਂ ਸਪਰੇਅ ਅੱਛੀ ਤਰੀਕੇ ਨਾਲ ਕਰੋਗੇ ਉਨੇ ਅੱਛੇ ਅੰਦਾਜ਼ ਨਾਲ ਤੁਹਾਡੀ ਗਰੋਥ ਪੌਦੇ ਦੀ ਕਰਵਾਏਗਾ, ਉਤਨੀ ਸੋਹਣੀ ਸ਼ਾਖਾਂ, ਉਤਨੀ ਜ਼ਿਆਦਾ ਫੁੱਲ, ਉਤਨੀ ਜ਼ਿਆਦਾ ਤੁਹਾਡਾ ਪੈਦਾਵਾਰ। ਇਸ ਲਈ ਜ਼ਿੰਕ ਨੂੰ ਤੁਸੀਂ ਆਪਣੀ ਫਸਲ ਦੇ ਵਿੱਚ ਲਾਜ਼ਮ ਮਲਜ਼ੂਮ ਕਰ ਲਓ, ਕਿਉਂਕਿ ਇਸ ਤੋਂ ਬਗੈਰ ਗੁਜ਼ਾਰਾ ਨਹੀਂ ਅਗਰ ਤੁਸੀਂ ਕੋਈ ਚੰਗੀ ਯੋਸ ਚੱਕਣੀ ਹੈ। ਤੇ ਬਾਕੀ ਨਹੀਂ ਤਾਂ ਫਿਰ ਸਾਡੇ ਜੱਟ ਜ਼ਿਮੀਂਦਾਰ ਜਿਹੜੇ ਹੁੰਦੇ ਉਹ ਮੰਨਦੇ ਤਾਂ ਕਿਸੇ ਦੀ ਵੀ ਨਹੀਂ। ਚਲੋ ਕੋਈ ਨਹੀਂ, ਸਾਡਾ ਕੰਮ ਹੈ
ਭਾਈਜਾਨ ਆਪਣਾ ਫਰਜ਼ ਅਦਾ ਕਰਨਾ। ਅਸੀਂ ਫਰਜ਼ ਅਦਾ ਕਰ ਦਿੱਤਾ। ਇਨਸ਼ਾਅੱਲਾ ਫਿਰ ਮਿਲਾਂਗੇ ਕਿਸੇ ਨਏ ਟੌਪਿਕ ਨਾਲ। ਅਗਰ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ 'ਚ। ਬਹੁਤ ਸ਼ੁਕਰੀਆ ਜੀ। ਅੱਲਾ ਹਾਫਿਜ਼।